ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਲੈਸਨ 7ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 7th ਕਲਾਸ ਦਾ 8ਵਾਂ ਅਧਿਆਇ ਹੈ ਸਾਡੇ ਕੋਲ ਰਾਸ਼ੀਆਂ ਦੀ ਤੁਲਨਾ ਕੰਪੇਅਰਿੰਗ ਕੁਆਂਟੀਟੀਜ਼। ਤੋਂ ਉਸੇ ਸਟਾਰਟ ਕੀਤਾ ਸੀ ਲਾਸਟ ਵੀਡੀਓ ਦੇ ਵਿੱਚ ਐਕਸਰਸਾਈਜ਼ 8.1 ਦੇ ਕੁਐਸਚਨਸ ਵੀ ਜਿਹੜੇ ਆਪਾਂ ਕੀਤੇ ਸਨ। ਤੋਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪਰਸੈਂਟੇਜ ਦਾ ਕਨਸੈਪਟ ਜਿਹੜਾ ਥੋੜਾ ਜਿਹਾ ਸਮਝਾਂਗੇ ਤੇ ਉਸ ਤੋਂ ਬਾਅਦ 8.2 ਦੇ ਕੁਝ ਸਵਾਲ ਵੀ ਅਸੀਂ ਕਰਾਂਗੇ ਜਿਹਦੇ 'ਚ ਅਸੀਂ ਭਿੰਨਾਂ ਨੂੰ ਪ੍ਰਤੀਸ਼ਤ ਦੇ ਵਿੱਚ ਕਿਵੇਂ ਬਦਲਣਾ ਹੈ ਜਾਂ ਦਸ਼ਮਲਵ ਦੀਆਂ ਸੰਖਿਆਵਾਂ ਨੂੰ ਪ੍ਰਤੀਸ਼ਤ ਦੇ ਵਿੱਚ ਕਿਵੇਂ ਬਦਲਣਾ ਹੈ ਉਹ ਅਸੀਂ ਜਾਣਾਂਗੇ। ਠੀਕ ਹੈ, ਤਾਂ ਆਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪ੍ਰਤੀਸ਼ਤ ਦੇ ਬਾਰੇ। ਪ੍ਰਤੀਸ਼ਤਤਾ that means percentage ਰਾਸ਼ੀਆਂ ਦੀ ਤੁਲਨਾ ਕਰਨ ਦੀ ਇੱਕ ਹੋਰ ਵਿਧੀ ਹੈ। ਇਸ ਤੋਂ ਪਹਿਲਾਂ ਅਸੀਂ ਅਨੁਪਾਤ ਕਿਵੇਂ ਰਾਸ਼ੀਆਂ ਦਾ ਪਤਾ ਕਰਨਾ ਹੈ ਉਹ ਅਸੀਂ ਦੇਖਿਆ ਸੀ। ਠੀਕ ਹੈ, ਤੋ ਸਾਡੇ ਕੋਲ ਇੱਥੇ ਇੱਕ ਸਿਚੁਏਸ਼ਨ ਦਿੱਤੀ ਹੋਈ ਹੈ ਕਿ ਅਨੀਤਾ ਦੀ ਰਿਪੋਰਟ ਜਿਹੜੇ ਉਹਦੇ ਮਾਰਕਸ ਆਏ ਨੇ ਪ੍ਰਾਪਤ ਅੰਕ ਉਹਦੇ 320 ਨੇ 400 ਦੇ ਵਿੱਚੋਂ 320 ਅੰਕ ਪ੍ਰਾਪਤ ਹੋਏ ਨੇ। ਰੀਟਾ ਦੀ ਰਿਪੋਰਟ ਹੈ ਕਿ ਉਹਨੂੰ ਜਿਹੜੇ ਅੰਕ ਪ੍ਰਾਪਤ ਹੋਏ ਨੇ ਉਹ 360 ਦੇ ਵਿੱਚੋਂ 300 ਅੰਕ ਪ੍ਰਾਪਤ ਹੋਏ ਨੇ। ਠੀਕ, ਤੋ ਦੋਨੋਂ ਬੱਚੇ ਜੇਕਰ ਆਪਸ ਦੇ ਵਿੱਚ ਇਹ ਗੱਲ ਕਰਨਗੇ ਅਨੀਤਾ ਤੇ ਰੀਟਾ, ਤੋ ਅਨੀਤਾ ਦੇ ਜਿਹੜੇ ਅੰਕ ਨੇ ਉਹ 320 ਨੇ ਤੇ ਰੀਟਾ ਦੇ ਜਿਹੜੇ ਅੰਕ ਨੇ ਉਹ ਸਾਡੇ ਕੋਲ 300 ਨੇ। ਠੀਕ ਹੈ, ਤਾਂ 320 ਅੰਕ ਜਿਹੜੇ ਦੇਖਣ ਨੂੰ ਲੱਗਦਾ ਹੈ ਕਿ 300 ਤੋਂ ਜ਼ਿਆਦਾ ਨੇ, ਦੇਖਣ ਨੂੰ ਲੱਗਦਾ ਹੈ ਕਿ ਅਨੀਤਾ ਦੇ ਅੰਕ ਰੀਟਾ ਤੋਂ ਜ਼ਿਆਦਾ ਨੇ। ਪਰ ਸਾਨੂੰ ਇਹ ਵੀ ਦੇਖਣਾ ਪਏਗਾ ਕਿ 320 ਜਿਹੜੇ ਅੰਕ ਆਏ ਨੇ ਉਹ ਆਏ ਕਿੰਨਿਆਂ ਦੇ ਵਿੱਚੋਂ ਨੇ 320 ਅੰਕ 400 ਦੇ ਵਿੱਚੋਂ ਨੇ ਤੇ ਜਿਹੜੇ ਰੀਟਾ ਦੇ 300 ਅੰਕ ਨੇ ਇਹ 360 ਦੇ ਵਿੱਚੋਂ ਨੇ। ਜਦੋਂ ਸਾਡੇ ਕੋਲ ਜਿਹੜੇ ਪ੍ਰਾਪਤ ਅੰਕ ਨੇ, ਜਦੋਂ ਸਾਡੇ ਕੋਲ ਜਿਹੜੇ ਕੁੱਲ ਅੰਕ ਨੇ ਉਹ ਬਰਾਬਰ ਨਹੀਂ ਨੇ, ਜਿਵੇਂ ਇਹਦੇ ਕੁੱਲ ਅੰਕ ਸਾਡੇ ਕੋਲ 400 ਨੇ, ਇਸ ਕੇਸ ਦੇ ਵਿੱਚ ਕੁੱਲ ਅੰਕ ਸਾਡੇ ਕੋਲ 360 ਨੇ, ਤਾਂ ਅਸੀਂ ਸਿਰਫ ਪ੍ਰਾਪਤ ਅੰਕਾਂ ਨੂੰ ਦੇਖ ਕੇ ਇਹ ਨਹੀਂ ਦੱਸ ਸਕਦੇ ਕਿ ਕਿਸ ਬੱਚੇ ਦੇ ਜ਼ਿਆਦਾ ਅੰਕ ਹੋਣਗੇ। ਠੀਕ ਹੈ, ਉਹਦੇ ਲਈ ਸਾਨੂੰ ਕੀ ਕਰਨਾ ਪੈਂਦਾ ਹੈ, ਸਾਨੂੰ ਉਹਦੀ ਪ੍ਰਤੀਸ਼ਤਤਾ ਜਿਹੜੀ ਪਰਸੈਂਟੇਜ ਹੈ ਉਹ ਕੈਲਕੂਲੇਟ ਕਰਨੀ ਪੈਂਦੀ ਹੈ। ਹੁਣ ਜਿੱਦਾਂ ਕਿ ਤੁਸੀਂ ਨਾਲ ਦੇਖ ਸਕਦੇ ਹੋ ਕਿ ਅਨੀਤਾ ਦੇ ਜਿਹੜੇ 80% ਅੰਕ ਨੇ ਤੇ ਦੂਸਰੇ ਪਾਸੇ ਰੀਟਾ ਦੇ ਜਿਹੜੇ ਉਹ 83.3% ਅੰਕ ਨੇ। ਤੋਂ ਇੱਥੋਂ ਅਸੀਂ ਜਦੋਂ ਪਰਸੈਂਟੇਜ ਤੋਂ ਕੰਪੇਅਰ ਕਰਾਂਗੇ ਦੋਨਾਂ ਦਾ, ਫਿਰ ਸਾਨੂੰ ਪਤਾ ਲੱਗੇਗਾ ਕਿ ਰੀਟਾ ਦੇ ਅੰਕ ਜਿਹੜੇ ਉਹ ਜ਼ਿਆਦਾ ਨੇ ਅਨੀਤਾ ਦੇ। ਤੋਂ ਇਸੇ ਢੰਗ ਦੇ ਨਾਲ ਹੁਣ ਅਸੀਂ ਪਹਿਲਾਂ ਸਭ ਤੋਂ ਇਹ ਦੇਖਾਂਗੇ ਕਿ ਅਸੀਂ ਪ੍ਰਤੀਸ਼ਤ ਜਿਹੜੇ ਨੰਬਰਾਂ ਦੀ ਪ੍ਰਤੀਸ਼ਤਤਾ ਅਸੀਂ ਕੱਢਦੇ ਕਿਵੇਂ ਆ। ਅੰਕਾਂ ਦੀ ਪ੍ਰਤੀਸ਼ਤਤਾ, ਤੋ ਇਹਦਾ ਫਾਰਮੂਲਾ ਤੁਸੀਂ ਸਾਰਿਆਂ ਨੇ ਧਿਆਨ ਦੇ ਵਿੱਚ ਰੱਖਣਾ ਹੈ। ਇਹਦਾ ਸੂਤਰ ਸਭ ਤੋਂ ਪਹਿਲਾਂ ਪ੍ਰਾਪਤ ਅੰਕ ਅਸੀਂ ਉੱਪਰ ਲਿਖਾਂਗੇ, ਜਿੰਨੇ ਵੀ ਅੰਕ ਬੱਚੇ ਨੇ ਪ੍ਰਾਪਤ ਕੀਤੇ ਨੇ ਵਟਾ ਕੁੱਲ ਅੰਕ, ਔਰ ਇਹਨੂੰ ਇਸ ਭਿੰਨ ਨੂੰ ਅਸੀਂ ਗੁਣਾ ਕਰਾਂਗੇ 100 ਦੇ ਨਾਲ। ਠੀਕ ਹੈ, ਤੋ ਇਹ ਸਾਡੇ ਕੋਲ ਪ੍ਰਤੀਸ਼ਤ ਦਾ ਸਾਈਨ ਹੁੰਦਾ ਹੈ। ਤੋ ਇਹ ਸਾਡੇ ਕੋਲ ਪ੍ਰਾਪਤ ਅੰਕ ਵਟਾ ਕੁੱਲ ਅੰਕ ਗੁਣਾ 100 ਕਰਾਂਗੇ ਤਾਂ ਸਾਡੇ ਕੋਲ ਇਹ ਪਤਾ ਚੱਲ ਜਾਏਗਾ ਕਿ ਕਿਸੇ ਬੱਚੇ ਦੇ ਕਿੰਨੇ % ਮਾਰਕਸ ਜਿਹੜੇ ਉਹ ਆਏ ਨੇ। ਠੀਕ ਹੈ, ਹੁਣ ਜਿਵੇਂ ਮੰਨ ਲਓ ਕਿਸੇ ਬੱਚੇ ਦੇ 10 ਦੇ ਵਿੱਚੋਂ 8 ਅੰਕ ਨੇ, 10 ਦੇ ਵਿੱਚੋਂ 8 ਤਾਂ ਉਹਨੂੰ ਐਵੇਂ ਲਿਖਿਆ ਹੁੰਦਾ ਨਾ 8/10 ਕਿ 10 ਚੋਂ 8 ਨੰਬਰ ਆਏ ਨੇ। ਪਰ ਜੇ ਅਸੀਂ ਇਹ ਦੇਖਣਾ ਹੋਵੇ ਕਿੰਨੇ ਪ੍ਰਤੀਸ਼ਤ ਆਏ ਨੇ ਤਾਂ ਇਹਨੂੰ ਅਸੀਂ 100 ਦੇ ਨਾਲ ਗੁਣਾ ਕਰਾਂਗੇ, ਨਾਲ ਪ੍ਰਤੀਸ਼ਤ ਦਾ ਸਾਈਨ ਲਗਾ ਦਾਂਗੇ। ਠੀਕ ਹੈ, तो 0 ਨਾਲ 0 ਕੱਟ ਜਾਏਗੀ, 10 ਤੇ 8 ਸਾਡੇ ਕੋਲ 80% ਬਣ ਜਾਂਦੇ ਆ। ਸੋ ਕਹਿਣ ਦਾ ਭਾਵ ਹੈ ਜੇ ਬੱਚੇ ਦੇ ਕਿਸੇ ਦੇ 10 ਚੋਂ 8 ਨੰਬਰ ਆਏ ਨੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨੇ 80% ਮਾਰਕਸ ਜਿਹੜੇ ਉਹਨੇ ਲੈ ਲਏ ਨੇ, 80% ਅੰਕ ਉਹਦੇ ਆਏ ਨੇ। ਠੀਕ ਹੈ, ਉੱਪਰ ਵਾਲੇ ਕੇਸ ਦੇ ਵਿੱਚ ਵੀ ਅਗਰ ਅਸੀਂ ਦੇਖੀਏ ਤਾਂ ਅਨੀਤਾ ਦੇ ਜਿਹੜੇ ਅੰਕ ਨੇ ਉਹ ਹੈਗੇ ਨੇ 320 400 ਦੇ ਵਿੱਚੋਂ। तो जेकर ਅਸੀਂ ਇਹਦੀ ਪਰਸੈਂਟੇਜ ਪਤਾ ਕਰਨੀ ਹੈ ਤਾਂ ਅਸੀਂ ਕੀ ਕਰਾਂਗੇ, 320 ਨੂੰ 400 ਦੇ ਨਾਲ ਭਾਗ ਕਰਾਂਗੇ, ਮਤਲਬ ਪ੍ਰਾਪਤ ਅੰਕ ਵਟਾ ਕੁੱਲ ਅੰਕ ਗੁਣਾ 100 ਕਰ ਦਿਓ। ਠੀਕ ਹੈ, ਗੁਣਾ 100, ਤਾਂ ਇਹ ਸਾਡੇ ਕੋਲ ਪ੍ਰਤੀਸ਼ਤਤਾ ਆ ਜਾਏਗੀ। ਇਹਦੇ ਚ ਹੁਣ ਦੇਖੋ ਇਹ 0 ਦੇ ਨਾਲ ਇਹ 0 ਕੱਟ ਗਈ, 0 ਨਾਲ 0 ਕੱਟ ਗਈ, ਸਾਡੇ ਕੋਲ ਬਚ ਗਏ ਨੇ 320/4%। ਤਾਂ ਇਹਨੂੰ ਅਸੀਂ ਭਾਗ ਕਰਾਂਗੇ, ਸਾਡੇ ਕੋਲ 80% ਜਿਹੜਾ ਬਣ ਜਾਂਦਾ ਹੈ। ਠੀਕ ਹੈ, तो किसी भी बच्चे ਦੇ अंक ਅਸੀਂ प्रतिशत ਦੇ ਵਿੱਚ ਕਿੰਨੇ ਪਤਾ ਕਰਨੇ ਨੇ, ਕਿਵੇਂ ਪਤਾ ਕਰਨੇ ਨੇ, ਪ੍ਰਾਪਤ ਅੰਕ ਵਟਾ ਕੁੱਲ ਅੰਕ ਗੁਣਾ 100। ਇਸੇ ਢੰਗ ਦੇ ਨਾਲ ਤੁਸੀਂ ਇਹ ਵੀ ਪਤਾ ਕਰਕੇ ਖੁਦ ਦੇਖ ਸਕਦੇ ਹੋ। 300/360 ਕਰੋਗੇ, ਗੁਣਾ 100 ਕਰਿਓ ਤੇ ਉਸ ਤੋਂ ਬਾਅਦ ਉਹਨੂੰ ਸਿੰਪਲੀਫਾਈ ਕਰਕੇ ਦੇਖੋ, ਤੁਹਾਡੇ ਕੋਲ 83.3 ਜਿਹੜਾ ਉੱਤਰ ਉਹ ਪ੍ਰਾਪਤ ਹੋ ਜਾਏਗਾ। ਠੀਕ ਹੈ, तो ਮੰਨ ਲਓ ਕਿਸੇ ਬੱਚੇ ਦੇ ਹੋਰ ਆਪਾਂ ਦੇਖ ਲੈਂਦੇ ਆ, ਜਿਵੇਂ ਹੁਣ ਸਾਡੇ ਕੋਲ 22 ਮੰਥਲੀ ਹੋਏ ਨੇ। 22 ਮੰਥਲੀ ਦੇ ਵਿੱਚ ਸਾਡੇ ਕੋਲ ਕਿਸੇ ਬੱਚੇ ਦੇ ਮਾਰਕਸ ਜਿਹੜੇ ਨੇ 20 ਦੇ ਵਿੱਚੋਂ ਆਏ ਨੇ 19। ठीक है, तो 20 ਚੋਂ 19, ਹੁਣ ਜੇ ਇੱਕ ਬੱਚਾ ਦੱਸੇ ਕਿ ਮੇਰੇ 19 ਮਾਰਕਸ ਆਏ ਨੇ, ਉਹ
ਹੁਣ ਉਹਦੇ ਲਈ ਫਿਰ ਸਾਨੂੰ ਇਹ ਦੱਸਣਾ ਪੈਂਦਾ ਕਿ 20 ਚੋਂ 19 ਆਏ ਨੇ। ਦੇਖਣ ਵਾਲਾ ਇਹ ਵੀ ਸਮਝ ਸਕਦਾ ਕਿ 100 ਦੇ ਵਿੱਚੋਂ 19 ਆਏ ਨੇ ਜਾਂ ਕਿੰਨੀਆਂ ਦੇ ਵਿੱਚੋਂ 19 ਆਏ ਨੇ, ਠੀਕ ਹੈ। ਤਾਂ ਆਪਾਂ ਪਰਸੈਂਟੇਜ ਦੇ ਵਿੱਚ ਅਗਰ ਮਾਰਕਸ ਦੱਸਾਂਗੇ ਫਿਰ ਸਾਡੇ ਕੋਲ ਬਹੁਤ ਸੌਖਾ ਰਹਿੰਦਾ ਦੱਸਣਾ। ਤਾਂ 19 ਨੂੰ 19/20 ਹੈ, ਇਹਨੂੰ ਮੈਂ 100 ਦੇ ਨਾਲ ਜੇਕਰ ਗੁਣਾ ਕਰ ਦਿਆਂਗਾ ਤਾਂ ਇਹ ਮੇਰੇ ਕੋਲ ਪ੍ਰਤੀਸ਼ਤ ਬਣ ਜਾਏਗਾ ਨੰਬਰਾਂ ਦਾ ਕਿ ਕਿੰਨੇ ਨੰਬਰ ਪ੍ਰਤੀਸ਼ਤ ਕਿੰਨੇ ਨੰਬਰ ਆਏ ਨੇ, ਠੀਕ ਹੈ। ਤਾਂ ਦੇਖੋ 100 ਨੂੰ 20 ਦੇ ਨਾਲ ਭਾਗ ਕੀਤਾ ਜਾ ਸਕਦਾ ਹੈ, 20 ਕਮ 20 20 50 100। ਤਾਂ ਇਹ ਮੇਰੇ ਕੋਲ ਬਣ ਗਿਆ 19 ਗੁਣਾ 5। 19 5 ਹੁੰਦੇ ਨੇ ਸਾਡੇ ਕੋਲ 19 5 ਹੁੰਦੇ ਨੇ 95। तो कहने का भाव है कि जेकर किसी बच्चे दे 20 चों 19 अंक आए ने तो असीं ये कह सकते हैं कि 100 दे विचों दे अंक 95 ने, भाव 95% अंक जिहड़े 95% अंक वो बच्चे ने प्राप्त कीते ने, ठीक है। जेकर 20 दे विचों 20 ही अंक आ जाते हैं तो 20/20 गुणा 100 करांगे तो साडे कोल 20 दे नाल 20 कटिया जाएगा तो साडे कोल 100% ही अंक बच जाते हैं, ठीक है। तो जो बच्चा पूरे के पूरे नंबर ले लैंदा उहनूं असीं कहने कि 100% मार्क्स जिहड़े उहने लए ने, ठीक है। तुसीं देखिआ होना हुण 10th और +2 दे रिजल्ट जिहड़े आए ने ਉਹਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਤੁਸੀਂ ਪੜ੍ਹਿਆ ਹੋਣਾ ਕਿ ਬੱਚਿਆਂ ਨੇ 97% ਮਾਰਕਸ ਲਏ, 98% ਮਾਰਕਸ ਲਏ, ਕਿਸੇ ਨੇ 99.9% ਮਾਰਕਸ ਲਏ, ਕਿਸੇ ਨੇ 80% ਮਾਰਕਸ ਲਏ, ਠੀਕ ਹੈ। तो ਅੰਕਾਂ ਦੀ ਪ੍ਰਤੀਸ਼ਤਤਾ ਕੱਢਣ ਦੇ ਲਈ ਇਹ ਫਾਰਮੂਲਾ ਤੁਸੀਂ ਹਮੇਸ਼ਾ ਹੀ ਯਾਦ ਰੱਖਣਾ ਹੈ, ਇਹ ਤੁਹਾਡੇ ਬਹੁਤ ਕੰਮ ਆਏਗਾ, ਠੀਕ ਹੈ। तो ਅੱਜ ਅਸੀਂ ਇਹ ਵੀ ਸਿੱਖਣਾ ਹੈ ਕਿ ਕਿਵੇਂ ਅਸੀਂ ਭਿੰਨਾਂ ਨੂੰ ਤੇ ਦਸ਼ਮਲਵ ਸੰਖਿਆਵਾਂ ਨੂੰ ਪ੍ਰਤੀਸ਼ਤ ਦੇ ਵਿੱਚ ਬਦਲਣਾ ਹੈ। ਇਸ ਤੋਂ ਬਾਅਦ ਹੈ ਸਾਡੇ ਕੋਲ ਪ੍ਰਤੀਸ਼ਤ ਦੇ ਅਰਥ। ਪ੍ਰਤੀਸ਼ਤ परसेंट ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ परसेंटम ਤੋਂ ਬਣਿਆ ਹੈ, ਠੀਕ ਹੈ। ਜਿਹੜਾ ਪ੍ਰਤੀਸ਼ਤ ਇਹ ਜਿਹੜਾ परसेंट ਸ਼ਬਦ ਹੈ ਸਾਡੇ ਕੋਲ परसेंट, ਇਹ ਲੈਟਿਨ ਲੈਂਗੁਏਜ ਦਾ ਲੈਟਿਨ ਭਾਸ਼ਾ ਦਾ ਸ਼ਬਦ परसेंटम ਹੈ ਉਹਦੇ ਤੋਂ ਲਿਆ ਗਿਆ ਹੈ, ਜਿਹਦਾ ਅਰਥ ਹੈ ਪ੍ਰਤੀ 100। ਪ੍ਰਤੀਸ਼ਤ ਅੰਕ ਪ੍ਰਤੀਸ਼ਤ ਨੂੰ ਚਿੰਨ੍ਹ ਇਹ ਚਿੰਨ੍ਹ ਦੇ ਨਾਲ ਦਰਸਾਇਆ ਜਾਂਦਾ ਹੈ, ਠੀਕ ਹੈ, ਨਾਲ ਦਰਸਾਇਆ ਜਾਂਦਾ ਹੈ, ਜਿਸ ਦਾ ਅਰਥ ਹੈ 100ਵਾਂ ਭਾਵ 100ਵਾਂ ਭਾਵ 100ਵਾਂ ਭਾਵ 1%, ਠੀਕ ਹੈ। 1% ਨੂੰ ਬੋਲਦੇ ਆ 100 ਦੇ ਵਿੱਚੋਂ 1 ਭਾਵ ਕਿ 100 ਦਾ ਇੱਕ ਹਿੱਸਾ, ਠੀਕ ਹੈ। ਦਾ ਅਰਥ ਹੈ 100 ਵਿੱਚੋਂ 1 ਜਾਂ 100ਵਾਂ। ਇਸ ਨੂੰ ਇਸ ਪ੍ਰਕਾਰ ਲਿਖਦੇ ਹਨ 1% = 1/100, ਠੀਕ ਹੈ। ਸਾਨੂੰ ਪਤਾ 1/100 ਦਾ ਕੀ ਮਤਲਬ ਹੁੰਦਾ ਕਿ 100 ਬਰਾਬਰ ਹਿੱਸਿਆਂ ਦੇ ਵਿੱਚੋਂ ਇੱਕ ਹਿੱਸਾ। ਜਦੋਂ ਅਸੀਂ ਭਿੰਨਾਂ ਦੀ ਗੱਲ ਕਰਦੇ ਹਾਂ ਨਾ 1/100, तो 100 ਦੇ ਵਿੱਚੋਂ ਜਦੋਂ ਅਸੀਂ ਇੱਕ ਹਿੱਸਾ ਲੈਂਦੇ ਆ ਉਹਨੂੰ ਅਸੀਂ 1% ਬੋਲਦੇ ਹਾਂ। ਇਹਨੂੰ ਅਸੀਂ 0.01 ਜੇਕਰ ਦਸ਼ਮਲਵ ਦੇ ਵਿੱਚ ਲਿਖਣਾ ਹੋਵੇ ਤਾਂ 0.01 ਲਿਖਾਂਗੇ, ਠੀਕ ਹੈ। तो आओ अगे ਅਸੀਂ ਹੁਣ ਸਵਾਲ ਦੇਖਦੇ ਹਾਂ, ਸਵਾਲ ਦੇ ਵਿੱਚ ਕਿਵੇਂ ਅਸੀਂ ਭਿੰਨਾਂ ਨੂੰ ਪ੍ਰਤੀਸ਼ਤ ਦੇ ਵਿੱਚ ਬਦਲਣਾ ਹੈ। तो ਸਭ ਤੋਂ ਪਹਿਲਾ ਸਵਾਲ ਤੁਹਾਡੇ ਕੋਲ ਹੈ ਹੇਠਾਂ ਲਿਖੀਆਂ ਭਿੰਨਾਂ ਨੂੰ ਪ੍ਰਤੀਸ਼ਤ ਵਿੱਚ ਬਦਲੋ, ਠੀਕ ਹੈ। तो सब तो पहली जी भिन्न है साढ़े कोल है 1/8। तो ये तुसी याद रखना है, चाहे भिन्नां नूं बदलना है चाहे दशमलव नूं बदलना है, जदों भी प्रतिशत विच बदलना है इहनूं 100 दे नाल गुणा कर देना सी ते नाल इत्थे प्रतिशत दा साइन लगा देना, ठीक है। 100 दे नाल गुणा करना है, प्रतिशत दा साइन लगा देना तो ये साढ़े कोल प्रतिशत दे विच बदल जाएगा, ठीक है। तो ये साढ़े कोल बनदा है 100/8। तो इहनूं असीं जेकर 2 दे नाल कट्टीए तो ये साढ़े कोल इत्थे 25 बन जाएगा साढ़े कोल 50। सो हुण 100 नूं जेकर असीं 8 दे नाल भाग करदे हां तां साढ़े कोल इत्थे प्रतिशत दा साइन आएगा। तो 100 नूं 8 दे नाल भाग करो, जो भी उत्तर आएगा वो असीं इत्थे लिख देंगे, ठीक है। 100 नूं 8 दे नाल भाग करांगे 1 8 8 ये साढ़े कोल 8 आएगा, माइनस 10 चों 8 कटे 2 फिर 0 8 दूनी 16 16 ਦੇ ਵਿੱਚੋਂ ਫਿਰ ਮਾਈਨਸ ਕਰਾਂਗੇ 20 ਚੋਂ 4 ਆਏਗਾ तो एक 0 ਸਾਨੂੰ ਲੈਣੀ ਪੈਗੀ ਤੇ ਦਸ਼ਮਲਵ ਜਿਹੜਾ ਉਹ ਲੱਗ ਜਾਏਗਾ 8 5 40, ਠੀਕ ਹੈ। तो ਕਹਿਣ ਦਾ ਭਾਵ ਹੈ 100 ਨੂੰ ਜਦੋਂ ਅਸੀਂ 8 ਦੇ ਨਾਲ ਭਾਗ ਕਰਾਂਗੇ ਸਾਡੇ ਕੋਲ ਬਣ ਜਾਏਗਾ 12.5 12.5। तो 1/8 ਨੂੰ ਜੇਕਰ ਅਸੀਂ ਪ੍ਰਤੀਸ਼ਤ ਦੇ ਵਿੱਚ ਲਿਖਣਾ ਹੋਵੇ ਤਾਂ ਉਹ ਸਾਡੇ ਕੋਲ 12.5% ਬਣਦਾ ਹੈ, ਠੀਕ ਹੈ। 1/8 ਬਰਾਬਰ 12.5%, ਠੀਕ। इसे ढंग दे नाल दूजा सवाल तुसीं देख सकते हो। दूजा सवाल साडे कोल है 5/4। तो 5/4 नूं जेकर प्रतिशत दे विच बदलना है तो की करांगे आपां इहनूं 100 दे नाल गुणा करांगे बस, ते नाल प्रतिशत दा साइन जिहड़ा लिखना बहुत जरूरी है, ठीक है। तो ये साडे कोल बन जाएगा 5 × 100 500/4 प्रतिशत। 500 नूं जदों 4 दे नाल भाग करोगे तुहाडे कोल बन जाएगा 125। दैट मीनस 125%, ठीक है, 125%।
ਇਹ ਸਾਡੇ ਕੋਲ ਉੱਤਰ ਹੈ ਇਸ ਸਵਾਲ ਦਾ। ਠੀਕ ਹੈ, तो इसी ढंग ਦੇ ਨਾਲ 3/40 ਨੂੰ ਵੀ ਤੁਸੀਂ ਕਰ ਸਕਦੇ ਹੋ ਤੇ 2/7 ਨੂੰ ਵੀ। ਇਹਨੂੰ ਆਪਣੇ ਆਪ ਪਹਿਲਾਂ ਕਰਕੇ ਦੇਖੋ, ਫਿਰ ਤੁਸੀਂ ਅੱਗੇ ਵੀਡੀਓ ਦੇਖੋਗੇ ਤਾਂ ਜ਼ਿਆਦਾ ਵਧੀਆ ਹੈ। तो संख्या ਸਾਡੇ ਕੋਲ है 3/40। 3/40 ਨੂੰ प्रतिशत ਵਿੱਚ ਬਦਲਣਾ ਹੈ ਤਾਂ 3/40 ਗੁਣਾ 100 ਕਰਾਂਗੇ। ਠੀਕ ਹੈ, ਇੱਕ 0 ਦੇ ਨਾਲ ਇੱਕ 0 ਜਿਹੜੀ ਕੱਟੀ ਜਾਏਗੀ। तो 10 ਨੂੰ 3 ਦੇ ਨਾਲ ਗੁਣਾ ਕਰਾਂਗੇ, ਸਾਡੇ ਕੋਲ 30 ਬਣਦਾ ਹੈ। ਇਹਦੇ ਨਾਲ ਇੱਥੇ प्रतिशत ਦਾ ਸਾਈਨ ਜ਼ਰੂਰ ਆਏਗਾ। तो 30/4 ਸਾਡੇ ਕੋਲ ਬਣਦਾ ਹੈ। ਠੀਕ ਹੈ, 30 ਨੂੰ 4 ਦੇ ਨਾਲ ਅਸੀਂ ਭਾਗ ਕਰਾਂਗੇ ਤਾਂ ਇਹ ਸਾਡੇ ਕੋਲ ਬਣ ਜਾਏਗਾ 7.5%। 7.5%। ਠੀਕ ਹੈ, तो 3/40 ਜਿਹੜਾ ਹੈ ਇਹ 7.5% ਦੇ ਬਰਾਬਰ ਹੈ। तो ਅਗਲੀ ਸੰਖਿਆ ਸਾਡੇ ਕੋਲ 2/7 ਹੈ। ਇਹ ਤੁਸੀਂ ਆਪਣੇ ਆਪ ਕਰਨਾ ਹੈ, ਇਹਨੂੰ 100 ਦੇ ਨਾਲ ਗੁਣਾ ਕਰਨੀ ਹੈ ਬਸ। ਠੀਕ ਹੈ, 200/7 ਬਣ ਜਾਏਗਾ। ਉਹਨੂੰ ਭਾਗ ਕਰੋਗੇ ਤਾਂ ਤੁਹਾਡੇ ਕੋਲ प्रतिशत ਦੇ ਵਿੱਚ ਉੱਤਰ ਜਿਹੜਾ ਉਹ ਆ ਜਾਏਗਾ। ਇਸ ਤੋਂ ਬਾਅਦ ਇਸੇ ਢੰਗ ਦੇ ਨਾਲ ਅਗਲਾ ਸਵਾਲ ਵੀ ਕੀਤਾ ਜਾ ਸਕਦਾ ਹੈ। ਦਿੱਤੀਆਂ ਗਈਆਂ ਦਸ਼ਮਲਵ ਪਿੰਨਾਂ ਨੂੰ प्रतिशत ਵਿੱਚ ਬਦਲੋ। ਇਹਨਾਂ ਵਿੱਚ ਵੀ ਆਪਾਂ ਬਿਲਕੁਲ ਉਸੇ ਢੰਗ ਦੇ ਨਾਲ ਕਰਾਂਗੇ। ਠੀਕ ਹੈ, 0.65 ਹੈ ਸਾਡੇ ਕੋਲ, 0.65। ਇਹਨੂੰ ਅਸੀਂ प्रतिशत ਦੇ ਵਿੱਚ ਬਦਲਣਾ ਹੈ, तो ਇਹ ਬਣ ਜਾਏਗਾ ਮੇਰੇ ਕੋਲ ਗੁਣਾ 100%। ठीक है, 100 ਦੇ ਨਾਲ ਗੁਣਾ ਕਰ ਦਿਓ, ਨਾਲ प्रतिशत ਦਾ ਸਾਈਨ ਲਗਾ ਦਿਓ, ਬਸ ਇੰਨਾ ਕੰਮ ਕਰਨਾ ਹੈ ਆਪਾਂ। तो 0.65 ਨੂੰ 100 ਨਾਲ ਗੁਣਾ ਕਰਾਂਗੇ, ਸਾਡੇ ਕੋਲ ਬਣ ਜਾਏਗਾ 65%। ਠੀਕ ਹੈ, तो ਇਹੀ ਸਾਡੇ ਕੋਲ ਇਸ ਸਵਾਲ ਦਾ ਉੱਤਰ ਹੈ। ਠੀਕ ਹੈ, ਇਹਨੂੰ ਤੁਸੀਂ ਇਦਾਂ ਵੀ ਕਰ ਸਕਦੇ ਆ ਕਿ 0.65 ਹੈ, ਇਹਨੂੰ ਆਪਾਂ ਪਹਿਲਾਂ ਦਸ਼ਮਲਵ ਹਟਾਉਣ ਦੇ ਲਈ ਜਿਹੜਾ ਨੀਚੇ 100 ਸਾਡੇ ਕੋਲ ਲੱਗ ਜਾਏਗਾ, ਕਿਉਂਕਿ 0.65 ਦਾ ਮਤਲਬ ਹੁੰਦਾ ਸਾਡੇ ਕੋਲ 65/100। ਠੀਕ ਹੈ, तो ਗੁਣਾ 100, तो ਇਹ 100 ਦੇ ਨਾਲ 100 ਜਿਹੜਾ ਉਹ ਕੱਟਿਆ ਜਾਏਗਾ ਤਾਂ ਸਾਡੇ ਕੋਲ 65% ਬਣ ਜਾਏਗਾ। ਠੀਕ ਹੈ, तो ਇਸੇ ਢੰਗ ਦੇ ਨਾਲ ਦੂਸਰਾ ਸਵਾਲ ਜਿਹੜਾ ਤੁਸੀਂ ਕਰ ਸਕਦੇ ਹੋ, B ਪਾਰਟ ਇਹਦਾ 2.1। ਸੋ 2.1 ਨੂੰ प्रतिशत ਦੇ ਵਿੱਚ ਬਦਲਣਾ ਹੈ, ਤਾਂ ਕੀ ਕਰਨਾ ਹੈ ਆਪਾਂ 2.1 into 100, ਇਹਨੂੰ 100 ਦੇ ਨਾਲ ਗੁਣਾ ਕਰਾਂਗੇ, ਨਾਲ प्रतिशत ਦਾ ਸਾਈਨ ਜਿਹੜਾ ਉਹ ਆਪਾਂ ਲਗਾ ਦੇਣਾ। तो 2.1 ਨੂੰ ਅਸੀਂ ਲਿਖ ਸਕਦੇ ਹਾਂ 21/10 ਗੁਣਾ ਆਏਗਾ ਸਾਡੇ ਕੋਲ 100। ਠੀਕ, तो ਇਹ 0 ਦੇ ਨਾਲ ਇੱਕ 0 ਜਿਹੜੀ ਆਪਾਂ ਕੱਢ ਦਾਂਗੇ, ਸਾਡੇ ਕੋਲ 21 ਗੁਣਾ 10 ਬਚਦੇ ਨੇ, ਇਹ ਸਾਡੇ ਕੋਲ 210 ਹੋ ਜਾਏਗਾ। ਸੋ 2.1 ਦਾ ਮਤਲਬ ਹੈ 210%। ਠੀਕ, ਇਸੇ ਢੰਗ ਦੇ ਨਾਲ ਤੁਸੀਂ ਸੰਖਿਆ 0.20 ਨੂੰ ਵੀ प्रतिशत ਦੇ ਵਿੱਚ ਬਦਲ ਸਕਦੇ ਹੋ ਤੇ 12.35 ਨੂੰ ਵੀ प्रतिशत ਦੇ ਵਿੱਚ ਬਦਲ ਸਕਦੇ ਹੋ। ਤੁਸੀਂ ਆਪਣੇ ਆਪ ਕਰਨੇ ਨੇ ਤੇ ਕਰਕੇ ਨੀਚੇ ਕਮੈਂਟ ਬਾਕਸ ਦੇ ਵਿੱਚ ਆਨਸਰ ਇਹਦਾ ਜ਼ਰੂਰ ਪੋਸਟ ਕਰਨਾ ਹੈ। ਠੀਕ ਹੈ, ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ, ਅੰਦਾਜ਼ਾ ਲਗਾਓ ਕਿ ਆਕ੍ਰਿਤੀ ਦਾ ਕਿੰਨਾ ਭਾਗ ਰੰਗ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਪਤਾ ਕਰੋ ਕਿ ਕਿੰਨੇ प्रतिशत ਭਾਗ ਰੰਗ ਕੀਤਾ ਗਿਆ ਹੈ। ਠੀਕ ਹੈ, तो ਇਹ ਸਾਡੇ ਕੋਲ ਪਹਿਲਾ ਸਵਾਲ ਤੁਸੀਂ ਦੇਖ ਸਕਦੇ ਹੋ, ਫਰਸਟ ਪਾਰਟ ਜਿਹੜਾ ਹੈ, ਪਹਿਲੇ ਭਾਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚੱਕਰ ਦੇ ਜਿਹੜੇ ਹਿੱਸੇ ਕੀਤੇ ਹੋਏ ਨੇ, ਇਹਨਾਂ ਨੂੰ ਅਗਰ ਅਸੀਂ ਪ੍ਰੋਪਰ ਦੇਖੀਏ तो एक ਚੱਕਰ ਦੇ 4 ਹਿੱਸੇ ਕਰਨ ਤੋਂ ਬਾਅਦ ਇੱਕ ਹਿੱਸੇ ਨੂੰ ਰੰਗ ਕੀਤਾ ਹੋਇਆ ਹੈ। 4 ਬਰਾਬਰ ਹਿੱਸਿਆਂ ਦੇ ਵਿੱਚੋਂ ਇੱਕ ਹਿੱਸੇ ਨੂੰ ਰੰਗ ਕੀਤਾ, ਇਹਦਾ ਮਤਲਬ ਇਹ ਸਾਡੇ ਕੋਲ 1/4 ਹੈ। तो 1/4 ਜਿਹੜੀ ਪਿੰਨ ਹੈ ਉਹਨੂੰ प्रतिशत ਦੇ ਵਿੱਚ ਕਿਵੇਂ ਬਦਲਣਾ ਉਹ ਆਪਾਂ ਹੁਣੇ ਸਿੱਖ ਕੇ ਆਏ ਹਾਂ, ਆਪਾਂ ਉਸੇ ਢੰਗ ਦੇ ਨਾਲ ਬਦਲ ਸਕਦੇ ਹਾਂ। ਠੀਕ ਹੈ, ਸੋ ਪਹਿਲੇ ਚਿੱਤਰ ਦੇ ਵਿੱਚ ਰੰਗ ਕੀਤਾ ਭਾਗ ਬਰਾਬਰ 1/4। ਠੀਕ ਹੈ, तो 1/4 ਨੂੰ ਹੁਣ प्रतिशत ਦੇ ਵਿੱਚ ਬਦਲਣਾ ਹੈ, ਤਾਂ ਕੀ ਕਰਾਂਗੇ ਆਪਾਂ 1 ਨੂੰ 100 ਦੇ ਨਾਲ 1/4 ਨੂੰ ਗੁਣਾ ਕਰਾਂਗੇ, ਨਾਲ प्रतिशत ਦਾ ਸਾਈਨ ਲਗਾ ਦਾਂਗੇ। ਠੀਕ ਹੈ, तो ਇਹ ਸਾਡੇ ਕੋਲ ਬਣ ਜਾਂਦਾ ਹੈ 100/4। तो 100 ਨੂੰ 4 ਦੇ ਨਾਲ ਭਾਗ ਕੀਤਾ, ਇਹ ਸਾਡੇ ਕੋਲ ਬਣ ਜਾਂਦਾ ਹੈ 25%। ਠੀਕ ਹੈ, तो ਪਹਿਲੇ ਸਵਾਲ ਦਾ ਸਾਡੇ ਕੋਲ ਉੱਤਰ ਆ ਜਾਂਦਾ ਹੈ 25%। ਇਸੇ ਤਰ੍ਹਾਂ ਦੂਸਰੇ ਸਵਾਲ 'ਚ ਤੁਸੀਂ ਦੇਖ ਸਕਦੇ ਹੋ, ਇਹਦੇ 'ਚ 5 ਹਿੱਸੇ ਚੱਕਰ ਦੇ ਕੀਤੇ ਗਏ ਨੇ ਤੇ 5 ਦੇ ਵਿੱਚੋਂ 3 ਹਿੱਸਿਆਂ ਨੂੰ ਰੰਗ ਕੀਤਾ ਗਿਆ ਹੈ। तो ਇਹਦੇ 'ਚ ਆਪਾਂ ਲਿਖ ਸਕਦੇ ਹਾਂ ਰੰਗ ਕੀਤਾ ਭਾਗ ਬਰਾਬਰ 3/5, ਕਿ 5 ਦੇ ਵਿੱਚੋਂ 3 ਹਿੱਸੇ ਜਿਹੜੇ ਰੰਗ ਕੀਤੇ ਗਏ ਨੇ। ਠੀਕ ਹੈ, तो 3/5 ਨੂੰ ਅਸੀਂ ਹੁਣ ਜਿਹੜਾ ਬਦਲਣਾ ਹੈ प्रतिशत ਦੇ ਵਿੱਚ 100 ਦੇ ਨਾਲ ਗੁਣਾ ਕਰਾਂਗੇ ਤੇ ਨਾਲ प्रतिशत ਦਾ ਸਾਈਨ ਜਿਹੜਾ ਉਹ ਲਗਾ ਦਾਂਗੇ। ਠੀਕ ਹੈ, तो ਇਹ ਸਾਡੇ ਕੋਲ ਬਣ ਜਾਏਗਾ 300/5।
ਸੋ 300 ਨੂੰ ਜੇਕਰ ਅਸੀਂ 5 ਦੇ ਨਾਲ ਭਾਗ ਕਰਦੇ ਹਾਂ ਤਾਂ ਇਹ ਸਾਡੇ ਕੋਲ ਬਣ ਜਾਏਗਾ 60। ਠੀਕ ਹੈ, तो 60% भाग जिहड़ा है इस चक्कर का वो रंग किया गया है। ठीक है, तो ये असी पहले च भी इत्थे लिख सकते सी कि इस तरह चक्कर का 25% भाग रंग किया गया है। इत्थे लिख देने आपां चक्कर दे 25% भाग नूं रंग किया गया है। ठीक है, और ये असी लिख देंगे कि चक्कर दे 60% भाग नूं रंग किया गया है। ठीक है, तो इसी तरह चौथा जिहड़ा साडे कोल हुण पार्ट है, इहदे तुसीं देख सकते हो चक्कर दे किन्ने हिस्से किए गए ने। चक्कर दे 8 हिस्से किए गए ने, 1 2 3 4 5 6 7 8 और 8 दे विचों किन्ने नूं रंग किया गया है 3। तो भाव चक्कर दा रंग कीता भाग जिहड़ा वो साडे कोल बन जाएगा 3/8। ठीक है, इहनूं 100 दे नाल गुणा करके तुसीं अपने आप प्रतिशत दे विच बदलना है, देखना है कि किन्ने प्रतिशत भाग नूं रंग किया गया है। ठीक है स्टूडेंट्स, तो ये तुसी अपने आप करना है। एक पार्ट अभ्यास के लिए एक दो पार्ट थोड़े लिए मैं छड़ रहा, पर पहले दो जिन्ने भी आप कर रहे हैं उन्होंने चंगी तरह समझ लोगे तो ये जिन्ने मर्जी सवाल तुहानूं पूछ ले जाना तुसी कर सकोगे। ठीक है, तो इसका उत्तर भी जरूर तुसी कमेंट बॉक्स के विच दसना है। इस तो बाद है पता करो 250 का 15%। तो साडे कोल 4 सवाल ने, इहदे विचों भी 2 सवाल जिहड़े असीं करांगे। पहला सवाल है साडे कोल 250 का 15%। ठीक है, तो असी पिछे देखिया सी कि जिहड़ा प्रतिशत का साइन हुंदा है 1% जिहड़ा वो 1/100 के बराबर हुंदा है। तो 15% है 15/100 के बराबर होएगा, भाव ये साडे कोल बन जाएगा 250 का 15% की जगह ते की आ जाएगा 15/100। ठीक है, क्योंकि परसेंट का जिहड़ा साइन हुंदा है 1% साडे कोल 1/100 के बराबर हुंदा है। तो दा जिहड़ा है इनू असी गुणा की तरह ही हमेशा लेने हैं, तो दा की जगह ते असी गुणा लिख सकते हैं। ठीक है, 15 200 ये साडे कोल बन जाएगा 250 गुणा 15/100। ठीक है, तो 250 नूं 15 दे नाल गुणा करो, जो भी तुहाडे कोल उत्तर आए उहनूं 100 दे नाल भाग कर दिओ। जां आपां इहनूं इवें कर लैने आ, ए 0 दे नाल ए 0 जिहड़ी वो कट्टी जाएगी, फिर असीं इहनूं 5 दे नाल भाग कर सकते हैं। 25 नूं 5 दे नाल कटांगे तां ये साडे कोल 5 आ जाएगा। 10 नूं 5 नाल कटांगे साडे कोल 2 आ जाएगा। ठीक है, क्योंकि 10 ते 25 दोनों ही 5 दे पहाड़े विच जांदे सी, दोनों नूं असीं 5 दे नाल भाग कर लिया। तो 15 5 साडे कोल हो जांदे ने 75 और थले साडे कोल बटा 2 है। 75/2 जिहड़ा ये साडे कोल बन जाएगा 3 7.5। ठीक है, तो 37.5 जिहड़ा साडे कोल ये उत्तर बन जाता है। इसका मतलब है साडे कोल कि 15% जिहड़ा है 250 का 15% साडे कोल 37.5 है। ठीक है, इस तरह 250 का 15% 37.5 है। ठीक, तो असीं देखिया किवें आपां करना है। परसेंटेज का जिहड़ा साइन है ये असीं वटा 100 कर देंगे। 15% सी तो 15/100 दा नूं जिहड़ा सी वो गुणा दे विच बदल सकते हैं। दा दा भाव साडे कोल गुणा ही हुंदा है। ठीक है, इस तो बाद साडे कोल है 1 घंटे का 1%। तो 1 घंटे का 1% किवें आपां पता करांगे। 1 घंटे का 1%। सो इनू आपां 1 घंटे नूं पहलां आपां जिहड़ा मिंटां दे विच बदल लैंदे आ, सैकेंड्स दे विच बदल लैंदे आ, फिर उहदा असीं 1% जिहड़ा पता कर देंगे। ठीक है, तो 1 घंटे का 1% भाव है 60 मिनटां का 1%। 60 मिनट का 1%। ठीक है, तो 60 मिनट का 1% ਇਹ ਅਸੀਂ ਇਹਨੂੰ ਹੁਣ ਮਿੰਟ ਨੂੰ ਜੇਕਰ ਅਸੀਂ ਸੈਕਿੰਡਸ ਦੇ ਵਿੱਚ ਬਦਲਣਾ ਹੋਵੇ ਤਾਂ ਇਹਨੂੰ ਅਸੀਂ ਫਿਰ 60 ਦੇ ਨਾਲ ਗੁਣਾ ਕਰ ਦਾਂਗੇ। 60 ਗੁਣਾ 60 ਸੈਕਿੰਡ ਦਾ
1%। ठीक है, तो ये ਆਪਾਂ याद रखना है कि 1 घंटे ਦੇ ਵਿੱਚ ਸਾਡੇ ਕੋਲ 60 ਮਿੰਟ ਹੁੰਦੇ ਨੇ ਔਰ ਜੇਕਰ ਅਸੀਂ ਗੱਲ ਕਰੀਏ ਸੈਕਿੰਡ ਕਿੰਨੇ ਹੁੰਦੇ ਨੇ ਤੇ 1 ਘੰਟੇ ਦੇ ਵਿੱਚ ਸਾਡੇ ਕੋਲ 60 ਗੁਣਾ 60 ਭਾਵ 3600 ਸੈਕਿੰਡ ਹੁੰਦੇ ਨੇ। ठीक है, तो ये हम 60 गुणा 60 ये साढ़े कोल बन जाएगा 3600 3600 ਸੈਕਿੰਡ ਦਾ 1%। ठीक है, तो ये ਹੁਣ ਅਸੀਂ ਕੀ ਕਰਨਾ ਹੈ ਇਹਦੇ ਚ ਦਾ ਜਿਹੜਾ ਉਹ ਅਸੀਂ ਗੁਣਾ ਬਣਾ ਦਾਂਗੇ। ठीक है, और 1% ਨੂੰ 1/100 लिख देंगे। ठीक है, तो ये 0 ਦੇ ਨਾਲ 0 ਜਿਹੜੀ ਕੱਟੀ ਜਾਏਗੀ, 2 ਜ਼ੀਰੋਆਂ ਉੱਪਰ ਸੀ 2 ਜ਼ੀਰੋਆਂ ਨੀਚੇ, तो ਸਾਡੇ ਕੋਲ ਇਹ 36 ਬਚਦਾ ਹੈ, 36 ਸੈਕਿੰਡ। ਸੋ ਇਹਦਾ ਭਾਵ ਹੈ ਕਿ 1 ਘੰਟੇ ਦਾ ਜੇਕਰ ਅਸੀਂ 1% 100ਵਾਂ ਹਿੱਸਾ ਪਤਾ ਕਰੀਏ 1 ਘੰਟੇ ਦਾ, ਉਹ ਤਾਂ ਉਹ ਸਾਡੇ ਕੋਲ 36 ਸੈਕਿੰਡ ਬਣਦੇ ਨੇ। ਠੀਕ ਹੈ, ਤਾਂ ਆਪਾਂ ਇੱਥੇ ਲਿਖ ਦਿੰਦੇ ਆ ਇਸ ਲਈ 36 ਸੈਕਿੰਡ 1 ਘੰਟੇ ਦਾ 1% ਹੈ। 1 ਘੰਟੇ ਦਾ 1% ਹੈ। ਠੀਕ ਹੈ, ਇਸ ਤੋਂ ਬਾਅਦ ਸਾਡੇ ਕੋਲ 2 ਸਵਾਲ ਇਹਦੇ ਚ ਹੋਰ ਨੇ। 2500 ਦਾ 20%, ਇਹ ਵੀ ਤੁਸੀਂ ਕਰ ਸਕਦੇ ਹੋ ਬਹੁਤ ਈਜ਼ੀਲੀ। ਠੀਕ ਹੈ, 2500 ਦਾ 2500 ਹੀ ਰਹੇਗਾ, ਦਾ ਗੁਣਾ ਆਪਾਂ ਬਣਾ ਦਾਂਗੇ, 20% ਹੈ, ਇਹਨੂੰ 20/100 ਲਿਖ ਲਾਂਗੇ। ਠੀਕ ਹੈ, ਉਹਨੂੰ ਹੱਲ ਕਰ ਲਾਂਗੇ। ਇਸੇ ਤਰ੍ਹਾਂ 1 ਕਿਲੋਗ੍ਰਾਮ ਦਾ 75% ਹੈ, ਇਹਨੂੰ ਤੁਸੀਂ ਲਿਖ ਲਓਗੇ 1000 ਗ੍ਰਾਮ ਦਾ 75%। ठीक है, 1000 ग्राम का 75%, तो इनू भी तुसी अपने आप हल कर लेना है। ठीक है, तो पहले 2 सवाल जिवें कीते ने इवें ही अगले 2 सवाल बड़ी आसानी दे नाल तुसी हल कर सकते हो। ठीक है बच्चों, अज दे लई इन्ना ही बहुत है। इस तो बाद अगले सवाल जिहड़े आपां अगली वीडियो दे विच देखांगे। लास्ट तक वीडियो देखने लई बहुत धन्यवाद। ठीक है स्टूडेंट्स, तो मिलते हैं अगली वीडियो दे विच, उदों तक सत श्री अकाल।